ਹੈਲੋ ਫਰੈਂਡਸ, ਵੈਲਕਮ ਟੂ ਦਾ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12th ਕਲਾਸ ਇੰਗਲਿਸ਼ ਦੀ ਪੋਇਮ ਜਿਸ ਦਾ ਨਾਮ ਹੈ ਔਨ ਹਿਜ਼ ਬਲਾਈਂਡਨੈਸ, ਜੋ ਕਿ ਲਿਖੀ ਹੈ ਜੌਨ ਮਿਲਟਨ ਨੇ। ਦੋਸਤੋ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪੋਇਮ ਨੂੰ ਪੜਾਂਗੇ ਤੇ ਉਸ ਤੋਂ ਬਾਅਦ ਇਸ ਦੇ ਸੈਂਟਰਲ ਆਈਡੀਆ ਤੇ ਬੈਕ ਐਕਸਰਸਾਈਜ਼ ਕਰਾਂਗੇ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਤੇ ਪਹਿਲਾਂ ਅਸੀਂ ਇੰਟਰੋਡਕਸ਼ਨ ਟੂ ਦਾ ਪੋਇਮ ਹੈ ਉਹ ਪੜਾਂਗੇ ਤੇ ਉਸ ਤੋਂ ਬਾਅਦ ਇਹ ਪੋਇਮ ਨੂੰ ਪੜਾਂਗੇ। ਆਓ ਫਿਰ ਸ਼ੁਰੂ ਕਰਦੇ ਹਾਂ। ਤੇ ਇੰਟਰੋਡਕਟਰੀ ਪੈਰੇ ਵਿੱਚ ਲਿਖਿਆ ਕਿ ਔਨ ਹਿਜ਼ ਬਲਾਈਂਡਨੈਸ ਇਜ਼ ਅ ਫੇਮਸ ਸੋਨੈਟ ਬਾਈ ਜੌਨ ਮਿਲਟਨ। ਇਸ ਦਾ ਅਰਥ ਹੈ ਕਿ ਔਨ ਹਿਜ਼ ਬਲਾਈਂਡਨੈਸ ਹੈ ਜੌਨ ਮਿਲਟਨ ਦੁਆਰਾ ਲਿਖੀ ਗਈ 14 ਲਾਈਨਾਂ ਦੀ ਇੱਕ ਪ੍ਰਸਿੱਧ ਕਵਿਤਾ ਹੈ। ਤੇ ਸੋਨੈਟ ਕੀ ਹੁੰਦਾ? ਸੋਨੈਟ ਇਜ਼ ਅ ਵਨ ਸਟੈਂਜ਼ਾ 14 ਲਾਈਨ ਪੋਇਮ। ਤੇ ਇੱਕ ਸਟੈਂਜ਼ੇ ਵਾਲੀ ਦੇ 14 ਲਾਈਨਸ ਦੀ ਪੋਇਮ ਹੁੰਦੀ, ਉਹਨੂੰ ਸੋਨੈਟ ਕਿਹਾ ਜਾਂਦਾ। ਤੇ ਸੋਨੈਟ ਵਰਡ ਹੈ, ਸੋਨੈਟ ਵਰਡ ਕਿੱਥੋਂ ਪਿਆ? ਕਿ ਸੋਨੈਟ ਵਰਡ ਹੈ ਉਹ ਡਿਰਾਈਵ ਹੋਇਆ ਇਟਾਲੀਅਨ ਵਰਡ ਸੋਨੈਟੋ ਤੋਂ। ਸੋਨੈਟੋ ਦਾ ਕੀ ਅਰਥ ਹੁੰਦਾ? ਲਿਟਲ ਸਾਊਂਡ ਔਰ ਸੌਂਗ। ਤੇ ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੀ ਸੋਨੈਟ ਕਵਿਤਾ ਹੁੰਦੀ ਹੈ 14 ਲਾਈਨਸ ਦੀ ਕਵਿਤਾ ਹੁੰਦੀ ਹੈ, ਉਸ ਵਿੱਚ ਰਾਈਮਿੰਗ ਸਕੀਮ ਵੀ ਹੁੰਦੀ ਹੈ। The sonnet is explicitly autobiographical. It captures Milton's deep anguish over the loss of sight. ये आप बीती कविता लिखी है जॉन मिल्टन ने ते की होया सीगा कि उन्हां दी अखां दी रोशनी वो चली गई सी। The poet expresses his regret at his inability to produce a work of art commensurate with the excellent talents he is endowed with. ਤੇ ਹੁਣ ਇਸ ਕਵੀ ਕੋਲ ਹੈ ਕਿ ਕਵਿਤਾਵਾਂ ਲਿਖਣ ਦਾ ਬਹੁਤ ਜ਼ਿਆਦਾ ਟੈਲੈਂਟ ਹੈ, ਬਟ ਕਿਉਂਕਿ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਇਸ ਕਰਕੇ ਉਹ ਕਵਿਤਾਵਾਂ ਲਿਖ ਨਹੀਂ ਪਾ ਰਹੇ। Like the servant in the biblical parable who was taken to task by his master for keeping unused money given to him, the poet fears that he would be admonished by his master for not doing his duty. ਹੁਣ ਕਵੀ ਨੂੰ ਇੱਕ ਬਾਈਬਲ ਦੀ ਕਹਾਣੀ ਯਾਦ ਆਉਂਦੀ ਹੈ ਤੇ ਉਹ ਕੀ ਕਹਾਣੀ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਕਿ ਇੱਕ ਵਾਰੀ ਇੱਕ ਮਾਸਟਰ ਹੈ, ਉਹ ਬਾਹਰ ਜਾ ਰਿਹਾ ਸੀਗਾ ਤੇ ਉਹਨੇ ਆਪਣੇ 3 ਨੌਕਰਾਂ ਨੂੰ, 3 ਸਰਵੈਂਟਸ ਨੂੰ ਟੈਲੈਂਟਸ ਦਿੱਤੇ। ਟੈਲੈਂਟ ਦਾ ਅਰਥ ਹੁੰਦਾ ਸਿੱਕੇ ਦਿੱਤੇ ਜਾਂ ਕੁਝ ਪੈਸੇ ਦਿੱਤੇ, ਅਤੇ ਉਹਨਾਂ ਨੂੰ ਕਿਹਾ ਕਿ ਇਸ ਦਾ ਤੁਸੀਂ ਪ੍ਰੋਪਰ ਯੂਜ਼ ਕਰਨਾ। ਤੇ ਜਦੋਂ ਉਹ ਵਾਪਸ ਆਇਆ ਤੇ ਉਹਨੇ ਪਤਾ ਕਰਨਾ ਚਾਹਿਆ ਵੀ ਉਹ ਲੋਕਾਂ ਨੇ, ਉਸਦੇ ਸਰਵੈਂਟਸ ਨੇ ਉਹਨਾਂ ਪੈਸਿਆਂ ਦਾ, ਉਹਨਾਂ ਟੈਲੈਂਟਸ ਦਾ ਕੀ ਕੀਤਾ। ਤੇ ਪਹਿਲੇ 2 ਲੋਕਾਂ ਨੇ ਕੀ ਕੀਤਾ? ਆਪਣੇ ਟੈਲੈਂਟ ਨੂੰ ਇਨਕਰੀਜ਼ ਕਰਤਾ। ਜੋ ਉਹਨਾਂ ਨੂੰ ਟੈਲੈਂਟ ਦੇ ਕੇ ਗਿਆ ਸੀਗਾ ਉਹਨਾਂ ਦਾ ਮਾਸਟਰ, ਉਸ ਨੂੰ ਇਨਕਰੀਜ਼ ਕਰ ਦਿੱਤਾ। ਪਰ ਜਿਹੜਾ ਤੀਜਾ ਵਿਅਕਤੀ ਹੈ ਉਹਨੇ ਕੀ ਕੀਤਾ? ਉਹਨੇ ਉਸ ਪੈਸਿਆਂ ਨੂੰ, ਸਿੱਕਿਆਂ ਨੂੰ ਧਰਤੀ ਹੇਠਾਂ ਗੱਡਤਾ ਤੇ ਉਹ ਉਸ ਨੂੰ ਇਨਕਰੀਜ਼ ਨਹੀਂ ਕਰ ਪਾਇਆ। ਤੇ ਫਿਰ ਉਸ ਮਾਸਟਰ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਉਸ ਨੂੰ ਪਨਿਸ਼ ਕੀਤਾ। ਤੇ ਹੁਣ ਕਵੀ ਨੂੰ ਇਹ ਡਰ ਹੈ ਕਿ ਉਹ ਵੀ ਆਪਣੇ ਟੈਲੈਂਟ ਦਾ, ਆਪਣੀ ਪ੍ਰਤਿਭਾ ਦਾ, ਪੋਇਮ ਲਿਖਣ ਦੇ ਟੈਲੈਂਟ ਦਾ ਯੂਜ਼ ਨਹੀਂ ਕਰ ਰਿਹਾ ਤੇ ਉਸਨੂੰ ਗੋਡ ਵੀ ਪਨਿਸ਼ ਨਾ ਕਰ ਦੇਣ। But then an inner voice reminds him that God is not in need on man's services. Those willing servants who patiently wait for him probably serve him as much as those run errands for him. And those who submit the will of God in all humility serve him best. ਫਿਰ ਕਵੀ ਦੀ ਅੰਤਰਾਤਮਾ ਉਸ ਨੂੰ ਇਹ ਕਹਿੰਦੀ ਹੈ ਕਿ ਪਰਮਾਤਮਾ ਨੂੰ ਮਨੁੱਖ ਦੀ ਕਿਸੇ ਸੇਵਾ ਦੀ ਜ਼ਰੂਰਤ ਨਹੀਂ, ਤੇ ਜਿਹੜੇ ਲੋਕ ਪਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਕੰਮ ਕਰਦੇ ਹਨ ਉਹ ਹੀ ਪਰਮਾਤਮਾ ਦੇ ਬਿਹਤਰੀਨ ਸੇਵਕ ਹੁੰਦੇ ਹਨ। ਤੇ ਦੋਸਤੋ, ਇੰਟਰੋਡਕਸ਼ਨ ਟੂ ਦਾ ਪੋਇਮ ਪੜ੍ਹ ਕੇ ਮੈਨੂੰ ਉਮੀਦ ਹੈ ਕਿ ਆਪ ਸਾਰਿਆਂ ਨੂੰ ਥੋੜ੍ਹਾ ਆਈਡੀਆ ਹੋ ਗਿਆ ਹੋਏਗਾ ਕਿ ਇਹ ਪੋਇਮ ਵਿੱਚ ਕੀ ਆਇਆ। ਤੇ ਜਦੋਂ ਅਸੀਂ ਪੋਇਮ ਨੂੰ ਪੜ੍ਹਾਂਗੇ ਤੇ ਹੋਰ ਜ਼ਿਆਦਾ ਕਲੈਰਿਟੀ ਹੋ ਜਾਏਗੀ। ਤੇ ਫਿਰ ਪੋਇਮ ਪੜ੍ਹਨਾ ਸ਼ੁਰੂ ਕਰਦੇ ਹਾਂ। When I consider how my light is spent are half my days in this dark world and wide, and the one talent which is death to hide. ਤੇ ਇਸ ਵਿੱਚ ਕਵੀ ਇਹ ਕਹਿ ਰਿਹਾ ਕਿ when I consider, ਜਦੋਂ ਮੈਂ ਸੋਚਦਾ ਹਾਂ, how my light is spent, ਮੇਰੀ ਅੱਖਾਂ ਦੀ ਰੋਸ਼ਨੀ ਕਿਸ ਤਰ੍ਹਾਂ ਚਲੀ ਗਈ, are half my days, ਕਿ ਮੇਰੇ ਅੱਧੇ ਜੀਵਨ ਤੋਂ ਪਹਿਲਾਂ, in this dark world and wide, ਤੇ ਅੱਖਾਂ ਦੀ ਰੋਸ਼ਨੀ ਚਲੇ ਜਾਣ ਨਾਲ ਪੂਰਾ ਜਿਹੜਾ ਸੰਸਾਰ ਹੈ ਕਾਫੀ ਵੱਡਾ ਹੋ ਗਿਆ ਤੇ ਕਾਫੀ ਜ਼ਿਆਦਾ ਡਾਰਕ ਹੋ ਗਿਆ, ਹਨੇਰਾ ਹੀ ਹੋ ਗਿਆ ਹਰ ਪਾਸੇ। ਐਂਡ ਦੈਟ ਵਨ ਟੈਲੈਂਟ ਵਿਚ ਇਜ਼ ਡੈਥ ਟੂ ਹਾਈਡ। ਹੁਣ ਕਵੀ ਕੋਲ ਇੱਕੋ ਹੀ ਟੈਲੈਂਟ ਹੈ, ਵਨ ਟੈਲੈਂਟ ਹੈ, ਇੱਕੋ ਹੀ ਗੁਣ ਹੈ। ਕਿਹੜਾ ਗੁਣ ਹੈ? ਕਵਿਤਾਵਾਂ ਲਿਖਣ ਦਾ। ਤੇ ਵਿਚ ਇਜ਼ ਡੈਥ ਟੂ ਹਾਈਡ, ਕਿ ਉਹ ਜਦੋਂ ਤੱਕ ਮੌਤ ਨਹੀਂ ਹੋ ਜਾਂਦੀ ਤਾਂ ਉਦੋਂ ਤੱਕ ਉਹ ਟੈਲੈਂਟ ਮੇਰੇ ਨਾਲ ਹੀ ਰਹੇਗਾ।
ਤੇ ਹੁਣ ਅਸੀਂ ਇਹ ਦੇਖਿਆ ਕਿ ਕਵੀ ਨੂੰ ਕਾਫੀ ਜ਼ਿਆਦਾ ਦੁੱਖ ਹੈ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਹੈ ਉਸ ਦੇ ਅੱਧੇ ਜੀਵਨ ਤੋਂ ਪਹਿਲਾਂ ਹੀ ਛੋਟੀ ਉਮਰ ਵਿੱਚ ਹੀ ਜਾ ਚੁੱਕੀ ਹੈ। Lost with me useless, through my soul more bent, to serve there with my maker, and present my true account, lest he returning chide। ਤੇ lost ਦਾ ਅਰਥ ਹੁੰਦਾ ਹੈ lying, lying, ਜਾਂ ਪਏ ਰਹਿਣਾ। my soul more bent ਦਾ ਅਰਥ ਹੋ ਗਿਆ ਕਿ more willing, ਕਿ ਉਸਦੀ ਜਿਹੜੀ ਆਤਮਾ ਹੈ ਉਹ ਬਹੁਤ ਜ਼ਿਆਦਾ willing ਹੈ। serve ਦਾ ਅਰਥ ਹੋ ਗਿਆ ਸੇਵਾ ਕਰਨਾ, ਤੇ ਦੇਰ ਵਿਟ ਦਾ ਅਰਥ ਹੋ ਗਿਆ ਉਸ ਪ੍ਰੈਜ਼ੈਂਟ ਤੋਂ, ਉਸ ਉਪਹਾਰ ਤੋਂ, ਉਸ ਗਿਫਟ ਤੋਂ। ਮਾਈ ਟਰੂ ਅਕਾਊਂਟ ਹੋ ਗਿਆ ਮੇਰਾ ਲੇਖਾ ਜੋਖਾ। ਲੈਸਟ ਦਾ ਅਰਥ ਹੈ ਕहीं ਇਸ ਤਰ੍ਹਾਂ ਨਾ ਹੋ ਜਾਏ, ਤੇ ਚਾਈਡ ਦਾ ਅਰਥ ਹੈ ਬੁਰਾ ਭਲਾ ਕਹਿਣਾ। ਤੇ ਅਸੀਂ ਕਿ ਕੁਝ ਔਖੇ ਸ਼ਬਦਾਂ ਦੇ ਅਰਥ, ਹੁਣ ਅਸੀਂ ਇਹਨਾਂ ਸਤਰਾਂ ਦੇ ਅਰਥ ਦੇਖਦੇ ਹਾਂ। ਐਂਡ that one talent which is death to hide lost with me useless, ਕਿ ਹੁਣ ਕਵੀ ਇਹ ਸੋਚ ਰਿਹਾ ਕਿ ਜਿਹੜਾ ਮੇਰਾ ਟੈਲੈਂਟ ਹੈ ਕਵਿਤਾਵਾਂ ਲਿਖਣ ਦਾ, ਉਹ ਇਸ ਤਰ੍ਹਾਂ ਨਾ ਹੋਏ ਕਿ ਮੇਰੇ ਕੋਲ ਉਹ ਪਿਆ ਹੀ ਰਹਿ ਜਾਏ, ਵੀ ਮੈਂ ਉਸਨੂੰ ਯੂਜ਼ ਹੀ ਨਾ ਕਰ ਪਾਵਾਂ। ਤੇ ਕਵੀ ਨੂੰ ਇਸ ਤਰ੍ਹਾਂ ਕਿਉਂ ਲੱਗ ਰਿਹਾ? ਕਿਉਂਕਿ ਉਸ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਦੋ ਮਾਈ ਸੋਲ ਮੋਰ ਬੈਂਡ ਟੂ ਸਰਵ ਦੇਅਰ ਵਿਦ ਮਾਈ ਮੇਕਰ, ਤੇ ਇਸ ਦਾ ਅਰਥ ਹੈ ਕਿ ਮੇਰੀ ਇਹ ਅੰਦਰ ਆਤਮਾ ਦੀ ਚਾਹਤ ਹੈ, ਮੇਰੀ ਇਹ ਦਿਲੀ ਖਾਹਿਸ਼ ਹੈ, ਮੇਰੀ ਬਹੁਤ ਜ਼ਿਆਦਾ ਇੱਛਾ ਹੈ ਕਿ ਮੈਂ ਭਗਵਾਨ ਦੀ, ਗੋਡ ਦੀ ਸੇਵਾ ਵਿੱਚ ਕਵਿਤਾਵਾਂ ਲਿਖ ਪਾਵਾਂ। ਐਂਡ ਪ੍ਰੈਜ਼ੈਂਟ ਮਾਈ ਟਰੂ ਅਕਾਊਂਟ ਲੈਸਟ ਹੀ ਰਿਟਰਨਿੰਗ ਚਾਈਲਡ, ਤੇ ਹੁਣ ਇਹ ਕਵੀ ਸੋਚ ਰਿਹਾ ਕਿ ਜਦੋਂ ਮਰ ਜਾਏਗਾ ਤਾਂ ਆਪਣਾ ਟਰੂ ਅਕਾਊਂਟ ਗੋਡ ਦੇ ਸਾਹਮਣੇ ਪ੍ਰੈਜ਼ੈਂਟ ਕਰ ਪਾਏਗਾ, ਵੀ ਆਪਣੇ ਜੀਵਨ ਦਾ ਲੇਖਾ ਜੋਖਾ, ਵੀ ਉਹਨੇ ਜੀਵਨ ਵਿੱਚ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮਾੜੇ ਕਰਮ ਕੀਤੇ, ਉਸ ਦਾ ਸਹੀ ਲੇਖਾ ਜੋਖਾ ਰੱਬ ਦੇ ਅੱਗੇ ਪੇਸ਼ ਕਰ ਪਾਏਗਾ। ਡੋਥ ਗੋਡ ਐਗਜ਼ੈਕਟ ਡੇ ਲੇਬਰ ਲਾਈਟ ਡਿਨਾਈਡ ਆਈ ਫੌਂਡਲੀ ਆਸਕ, ਇੱਥੇ ਡੋਥ ਦਾ ਅਰਥ ਹੋ ਗਿਆ ਡਜ਼, ਤੇ ਲਾਈਟ ਡਿਨਾਈਡ ਦਾ ਅਰਥ ਹੈ ਵੀ ਮੇਰੇ ਕੋਲ ਲਾਈਟ ਨਹੀਂ ਹੈ, ਮੇਰੇ ਕੋਲ ਅੱਖਾਂ ਦੀ ਰੋਸ਼ਨੀ ਨਹੀਂ ਹੈ, ਤੇ ਫੌਂਡਲੀ ਦਾ ਅਰਥ ਹੋ ਗਿਆ ਫੁਲਿਸ਼ਲੀ। ਤੇ ਇੱਥੇ ਕਵੀ ਇਹ ਕਹਿਣਾ ਚਾਹ ਰਿਹਾ ਕਿ ਮੈਂ ਫੁਲਿਸ਼ਲੀ, ਮੈਂ ਮੂਰਖਤਾਪੂਰਵਕ ਇਹ ਪੁੱਛਿਆ ਕਿ ਗੋਡ ਹੈ, ਕਿ ਰੱਬ ਹੈ, ਕਿ ਮੇਰੇ ਤੋਂ ਵੀ ਐਗਜ਼ੈਕਟ ਡੇ ਲੇਬਰ, ਕਿ ਮੇਰੇ ਅੰਨੇ ਬੰਦੇ ਤੋਂ ਵੀ ਪੂਰਾ ਦਿਨ ਕੰਮ ਕਰਾਉਣਾ ਚਾਹੁੰਦੇ ਨੇ। ਬਟ ਪੇਸ਼ੈਂਸ ਟੂ ਪ੍ਰੀਵੈਂਟ ਦੈਟ ਮਰਮਰ ਸੂਨ ਰਿਪਲਾਈਜ਼, ਗੋਡ doth not need either man's work or his own gifts। ਇੱਥੇ to prevent that murmur ਦਾ ਅਰਥ ਹੁੰਦਾ ਕਿ to stop all those doubts, ਵੀ ਸਾਰੇ ਡਾਊਟਸ ਦਾ ਦੂਰ ਹੋਣਾ। ਤੇ doth ਦਾ ਮਤਲਬ ਇੱਥੇ ਹੈ does, ਤੇ ਇਸ ਦਾ ਅਰਥ ਹੈ ਕਿ ਕਵੀ ਦੀ ਅੰਤਰ-ਆਤਮਾ ਨੇ ਕਵੀ ਨੂੰ ਕਿਹਾ ਕਿ ਨਾ ਹੀ ਰੱਬ ਬੰਦਿਆਂ ਤੋਂ ਕੋਈ ਕੰਮ ਕਰਾਉਣਾ ਚਾਹੁੰਦੇ ਨੇ, ਨਾ ਹੀ ਉਹਨਾਂ ਨੂੰ ਕੋਈ ਗਿਫਟ ਚਾਹੀਦਾ ਹੈ। who best bear his mild yoke, they serve him best। ਤੇ ਮਾਈਲਡ ਦਾ ਅਰਥ ਹੁੰਦਾ ਹਲਕਾ, ਤੇ ਯੋਕ ਦਾ ਅਰਥ ਹੁੰਦਾ ਸਫਰਿੰਗ। ਤੇ ਇਸ ਦਾ ਅਰਥ ਹੈ ਵੀ ਜਿਹੜੇ ਮਨੁੱਖ, ਜਿਹੜੇ ਲੋਕ ਰੱਬ ਵੱਲੋਂ ਦਿੱਤੇ ਗਏ ਛੋਟੇ ਮੋਟੇ ਹਲਕੇ ਫੁਲਕੇ ਕਸ਼ਟ ਨੂੰ ਸਹਿੰਦੇ ਹਨ, ਪਰ ਫਿਰ ਵੀ ਕੋਈ ਕੰਪਲੇਂਟ ਨਹੀਂ ਕਰਦੇ, ਉਹੀ ਜਿਹੜੇ ਲੋਕ ਨੇ ਉਹ ਰੱਬ ਦੀ ਸਭ ਤੋਂ ਚੰਗੀ ਤਰ੍ਹਾਂ ਸੇਵਾ ਕਰਦੇ ਹਨ। His state is kingly, thousands at his bidding speed, and post over land and ocean without rest. They also serve who only one stand and wait। ਤੇ ਇੱਥੇ state ਦਾ ਅਰਥ ਹੈ ਦਸ਼ਾ, ਦੇ ਇੱਥੇ thousands ਦਾ ਅਰਥ ਹੈ thousand angels, ਤੇ bidding ਦਾ ਅਰਥ ਇੱਥੇ ਹੈ order, ਤੇ at his bidding ਦਾ ਅਰਥ ਕੀ ਹੋ ਗਿਆ ਕਿ when ordered by God। His state is kingly, ਤੇ ਰੱਬ ਦੀ ਸਟੇਟ ਕਿਸ ਤਰ੍ਹਾਂ ਹੈ? ਕਿੰਗਲੀ ਹੈ, ਰਾਜਾਵਾਂ ਵਰਗੀ ਹੈ। Thousands at his bidding speed and poet over land and ocean without rest, ਤੇ ਹਜ਼ਾਰਾਂ ਦੇਵੀ ਦੇਵਤਾ, ਹਜ਼ਾਰਾਂ ਐਂਜਲਸ ਰੱਬ ਦੇ ਆਰਡਰ ਦੇ ਅਨੁਸਾਰ, ਰੱਬ ਦੀ ਮਰਜ਼ੀ ਦੇ ਅਨੁਸਾਰ ਸਮੁੰਦਰ ਅਤੇ ਜ਼ਮੀਨ, ਧਰਤੀ ਵਿੱਚ ਘੁੰਮ ਰਹੇ ਨੇ ਬਿਨਾਂ ਰੈਸਟ ਕੀਤੇ। ਤੇ ਉਹ ਐਂਜਲਸ ਰੱਬ ਦਾ ਸੁਨੇਹਾ ਫਟਾਫਟ, ਬਿਨਾਂ ਰੁਕੇ, ਬਿਨਾਂ ਥਕੇ ਇੱਕ ਮਨੁੱਖਾਂ ਤੱਕ ਪਹੁੰਚਾਉਂਦੇ ਹਨ। ਦੇ ਆਲਸੋ ਸਰਵ ਹੂ ਓਨਲੀ ਸਟੈਂਡ ਐਂਡ ਵੇਟ। ਤੇ ਇਸ ਲਾਈਨ ਦਾ ਬਹੁਤ ਹੀ ਡੂੰਘਾ ਮੀਨਿੰਗ ਹੈ। ਤੇ ਮੀਨਿੰਗ ਕੀ ਹੈ ਕਿ ਸਾਡੇ ਜੀਵਨ ਵਿੱਚ ਜਿੰਨੀਆਂ ਵੀ ਮੁਸੀਬਤਾਂ ਆਉਂਦੀਆਂ ਨੇ ਉਹ ਸਾਡੇ ਲਈ ਪ੍ਰੀਖਿਆ ਦੇ ਤੌਰ 'ਤੇ ਹੁੰਦੀਆਂ ਨੇ, ਵੀ ਰੱਬ ਸਾਡੀ ਪ੍ਰੀਖਿਆ ਲੈਂਦਾ। ਤੇ ਇਸ ਲਈ ਰੱਬ ਦੀ ਸਭ ਤੋਂ ਵਧੀਆ ਸੇਵਾ ਕੀ ਹੈ ਕਿ ਇਹ ਜਿਹੜੀ ਵੀ ਸਾਡੇ ਉੱਪਰ ਜਿੰਨੇ ਵੀ ਕਸ਼ਟ ਆ ਰਹੇ ਨੇ, ਜਿੰਨੀ ਵੀ ਮੁਸੀਬਤਾਂ ਆ ਰਹੀਆਂ ਨੇ, ਅਸੀਂ ਬਿਨਾਂ ਸ਼ਿਕਾਇਤ ਕੀਤੇ, ਬਿਨਾਂ ਕੰਪਲੇਂਟ ਕੀਤੇ
stand with ਦ੍ਰਿੜ stand ਦਾ ਅਰਥ ਹੈ ਦ੍ਰਿੜ ਨਿਸ਼ਚੈ ਦੇ ਨਾਲ and wait with ਧੀਰਜ ਦੇ ਨਾਲ ਵੀ ਅਸੀਂ ਦ੍ਰਿੜ ਨਿਸ਼ਚੈ ਦੇ ਨਾਲ ਤੇ ਧੀਰਜ ਦੇ ਨਾਲ ਉਹ ਕਸ਼ਟਾਂ ਨੂੰ ਝੇਲ ਲਈਏ ਤੇ ਉਹੀ ਰੱਬ ਦੀ ਸਭ ਤੋਂ ਵਧੀਆ ਸੇਵਾ ਹੋਏਗੀ। ਤੇ ਦੋਸਤੋ ਇਹ ਸੀਗੀ ਪੋਇਮ ਔਨ ਹਿਸ ਬਲਾਈਂਡਨੈਸ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਜੇ ਹੱਲੇ ਵੀ ਆਪ ਸਾਰਿਆਂ ਨੂੰ ਕੋਈ ਡਾਊਟ ਹੈ ਤਾਂ ਇੱਕ ਵਾਰ ਇਸ ਪੋਇਮ ਦੀ ਐਕਸਪਲੇਨੇਸ਼ਨ ਨੂੰ ਦੁਬਾਰਾ ਸੁਣ ਲਓ ਤੇ ਹੋਰ ਜ਼ਿਆਦਾ ਕਲੀਅਰ ਹੋ ਜਾਏਗੀ। ਤੇ ਹੁਣ ਸਮਾਂ ਇਸ ਦਾ ਸੈਂਟਰਲ ਆਈਡੀਆ ਤੇ ਕੁਐਸਚਨ ਆਨਸਰ ਕਰਨ ਦਾ। ਆਓ ਸ਼ੁਰੂ ਕਰਦੇ ਹਾਂ ਇਸ ਦੀ ਐਕਸਰਸਾਈਜ਼। Give the central idea of the poem. The poem On His Blindness is written by John Milton. In this poem, the poet feels restless when he thinks that being blind, he will not be able to make proper use of the talent given to him by God. But he soon realizes that God is very kind to his creatures. God does not want any return for gifts that he had given to human beings. God does not want man to work to please him. Those who accept God's will cheerfully are his best servants. Read the lines below and answer the questions that follow. When I consider how my light is spent, are half my eyes in the dark world and wide, and that one talent which is dead to hide, lost with me useless. In the first line, light is a dash for vision. This answer is metaphor. The word spent means used up. Name the poet of this poem. John Milton. What is the meaning of the word talent in the line and that one talent? ते पोइट को केड़ा टैलेंट है पोइम्स लिखण दा? पोइटिक एबिलिटी। अगला है बट पेशेंस टू प्रिवेंट दैट मर्मर सून रिप्लाइज God doth not need either man's work or his gifts, who best bear his mild yoke, they serve him best. Identify the figure of speech in the line, but patience to prevent that murmur soon replies. This answer है the figure of speech is personification. The speaker is about to murmur the question about whether God would be so cruel as to make impossible demands of work, but then who stops in to stop him? There is the answer. His patience steps in to stop him. What does patience say about God? Patience says that God does not need man's work or any compensation for the gifts that God has given to man. Which line in the poem says, those who accept God's control over their own existence are the best servants of God? This is the answer. Who best bear his mild yoke, they serve him best.